ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਇਹ ਵੀਡੀਓ +2 ਪੋਲੀਟੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਹੈ ਤੇ ਜਿਹਦੇ ਚ ਅੱਜ ਅਸੀਂ ਚਰਚਾ ਕਰਾਂਗੇ ਭਾਰਤ ਅਤੇ ਨਿਸ਼ਸਤਰੀਕਰਨ। ਬੇਟਾ ਕੀ ਹੁੰਦਾ ਨਿਸ਼ਸਤਰੀਕਰਨ? ਨਿਸ਼ਸਤਰੀਕਰਨ ਦਾ ਮਤਲਬ ਹੈ ਇੰਡੀਆ ਐਂਡ ਡਿਸਆਰਮਾਮੈਂਟ, ਇਹਨੂੰ ਅੰਗਰੇਜ਼ੀ ਚ ਆਪਾਂ ਕਹਿੰਦੇ ਆ। ਨਿਸ਼ਸਤਰੀਕਰਨ ਦਾ ਅਰਥ ਹੈ ਹਥਿਆਰਾਂ ਤੋਂ ਬਗੈਰ ਜਾਂ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਨਾ ਹੋਣਾ। ਠੀਕ ਹੈ, ਸੋ ਹਥਿਆਰਾਂ ਦੇ ਪ੍ਰਸਾਰ ਨੂੰ ਰੋਕਣਾ ਹੀ ਨਿਸ਼ਸਤਰੀਕਰਨ ਹੈ। ਸੋ ਭਾਰਤ ਇਹ ਚਾਹੁੰਦਾ ਵੀ ਘਾਤਕ ਹਥਿਆਰ ਜਿਹੜਾ ਸੰਸਾਰ ਸ਼ਾਂਤੀ ਲਈ ਖਤਰਾ ਨੇ। ਠੀਕ ਹੈ, ਤੇ ਇਸ ਕਰਕੇ ਭਾਰਤ ਨਹੀਂ ਚਾਹੁੰਦਾ ਬਈ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਹੋਇਆ ਜਾਏ। ਠੀਕ ਹੈ, ਸੋ ਭਾਰਤ ਜਿਹੜਾ ਵਾ ਸੰਯੁਕਤ ਰਾਸ਼ਟਰ ਦੀ ਨਿਸ਼ਸਤਰੀਕਰਨ ਆਯੋਗ ਦਾ ਮੈਂਬਰ ਵੀ ਹੈ। ਇੰਡੀਆ ਇਜ਼ ਆਲਸੋ ਮੈਂਬਰ ਆਫ ਡਿਸਆਰਮਾਮੈਂਟ ਕਮਿਸ਼ਨ। ਠੀਕ ਹੈ, ਸੋ ਭਾਰਤ ਦਾ ਇਹ ਆਪਣਾ ਮਤ ਹੈ ਬਈ ਹਥਿਆਰ ਇਕੱਠੇ ਕਰਨ ਤੇ ਕੀਤਾ ਜਾਣ ਵਾਲਾ ਖਰਚਾ ਦੇ ਜਿਹੜੇ ਗਰੀਬ ਦੇਸ਼ ਨੇ ਉਹ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਤੇ ਭੁੱਖਮਰੀ ਤੇ ਖਰਚ ਕਰਨ। ਠੀਕ ਹੈ, ਸੋ ਕੀ ਡੈਫੀਨੇਸ਼ਨ ਜਿਹਨੇ ਨਿਸ਼ਸਤਰੀਕਰਨ ਦੀਆਂ ਵੀ ਡਾਇਕ ਦਾ ਵਿਚਾਰ ਹੈ ਵੀ ਸੈਨਿਕ ਸ਼ਕਤੀ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦਾ ਨਿਯੰਤਰਣ ਕਰਨ ਜਾਂ ਰੋਕ ਲਾਉਣ ਨੂੰ ਨਿਸ਼ਸਤਰੀਕਰਨ ਕਹਿੰਦੇ ਆ। ਠੀਕ ਹੈ, ਸੋ ਅਸੀਂ ਕਹਿ ਸਕਦੇ ਹਾਂ ਵੀ ਵਿਨਾਸ਼ ਲਈ ਬਣਾਏ ਗਏ ਸਾਰੇ ਹਥਿਆਰ, ਨਾਸ਼ ਅਤੇ ਭਵਿੱਖ ਲਈ ਹਥਿਆਰਾਂ ਦਾ ਨਿਰਮਾਣ ਕਰਨ ਤੇ ਪਾਬੰਦੀ ਲਗਾਉਣਾ ਹੀ ਨਿਸ਼ਸਤਰੀਕਰਨ ਹੈ। ਨਿਸ਼ਸਤਰੀਕਰਨ ਦੀ ਲੋੜ ਕੀ ਹੈ ਜਾਂ ਵਾਟ ਇਜ਼ ਦਾ ਇੰਪੋਰਟੈਂਸ ਆਫ ਡਿਸਆਰਮਾਮੈਂਟ ਦੀ ਕੀ ਲੋੜ ਹੈ? ਪਹਿਲਾ ਇਹ ਵੀ ਸੰਸਾਰ ਸ਼ਾਂਤੀ ਦੀ ਸਥਾਪਨਾ ਵਾਸਤੇ ਬੜਾ ਹੀ ਜ਼ਰੂਰੀ ਹੈ ਵੀ ਹਥਿਆਰਾਂ ਦੀ ਦੌੜ ਤੋਂ ਬਚਿਆ ਜਾਏ, ਹਥਿਆਰਾਂ ਦਾ ਪ੍ਰਸਾਰ ਘਟਾਇਆ ਜਾਏ। ਦੂਜਾ, ਮਨੁੱਖਤਾ ਦੇ ਬਚਾਅ ਵਾਸਤੇ ਬੜਾ ਜ਼ਰੂਰੀ ਹੈ। ਜੇਕਰ ਅਜਿਹਾ ਚੱਲਦਾ ਰਿਹਾ ਤੇ ਸਾਡੇ ਕੋਲ ਇੰਨੇ ਹਥਿਆਰ ਆ ਚੁੱਕੇ ਨੇ ਬਈ ਅਸੀਂ ਮਿੰਟਾਂ ਸਕਿੰਟਾਂ 'ਚ ਧਰਤੀ ਨੂੰ ਤਬਾਹ ਕਰ ਸਕਦੇ ਹਾਂ। ਸੋ ਇਸ ਕਰਕੇ ਮਨੁੱਖਤਾ ਦੇ ਬਚਾਅ ਵਾਸਤੇ, ਧਰਤੀ ਦੇ ਬਚਾਅ ਵਾਸਤੇ ਸਾਨੂੰ ਹਥਿਆਰਾਂ ਦੀ ਦੌੜ ਤੋਂ ਬਚਣਾ ਚਾਹੀਦਾ, ਨਿਸ਼ਸਤਰੀਕਰਨ ਅਪਣਾਉਣਾ ਚਾਹੀਦਾ। ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਦੇ ਅੰਤ ਲਈ ਜੇਕਰ ਦੁਨੀਆ ਦੇ ਵਿੱਚ ਹਥਿਆਰਾਂ ਦੀ ਦੌੜ ਖਤਮ ਹੋ ਜਾਏ, ਦੇਸ਼ ਜਿਹੜਾ ਹਥਿਆਰਾਂ ਤੇ ਪੈਸਾ ਖਰਚ ਰਿਹਾ ਵਾ ਉਹ ਆਪਣੇ ਦੇਸ਼ ਚੋਂ ਗਰੀਬੀ ਤੇ ਬੇਰੁਜ਼ਗਾਰੀ, ਭੁੱਖਮਰੀ ਖਰਚ ਕਰਨ ਤੇ ਕਰੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਬੁਰਾਈਆਂ ਨੇ ਖਤਮ ਹੋ ਸਕਦੀਆਂ ਨੇ ਤੇ ਜਿਹੜਾ ਵਾ ਲੋਕ ਆਪਣਾ ਜੀਵਨ ਸੁਖਮਈ ਬਤੀਤ ਕਰ ਸਕਦੇ ਨੇ। ਕਮਜ਼ੋਰ ਰਾਸ਼ਟਰਾਂ ਨੂੰ ਸ਼ਕਤੀਸ਼ਾਲੀ ਰਾਸ਼ਟਰਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਵੀ ਇਹ ਬੜਾ ਜ਼ਰੂਰੀ ਹੈ ਬਈ ਜਿਹੜੇ ਕਮਜ਼ੋਰ ਦੇਸ਼ ਨੇ ਉਹ ਹਥਿਆਰਾਂ ਦੀ ਦੌੜ 'ਚ ਸ਼ਾਮਲ ਨਾ ਹੋਣ, ਹਥਿਆਰ ਨਾ ਜ਼ਿਆਦਾ ਰੱਖਣ। ਯੁੱਧ ਸੰਧੀਆਂ ਦੀ ਸਮਾਪਤੀ ਦੇ ਦੂਜੇ ਸੰਸਾਰ ਯੁੱਧ ਤੋਂ ਮਗਰੋਂ ਬਹੁਤ ਸਾਰੀਆਂ ਯੁੱਧਾਂ ਨਾਲ ਸੰਬੰਧਿਤ ਸਮਝੌਤੇ ਕੀਤੇ ਗਏ ਬਈ ਇੱਕ ਦੂਜੇ ਦੇਸ਼ ਸਮਝੌਤੇ ਕਰਦੇ ਸੀ ਬਈ ਸਾਨੂੰ ਕੋਈ ਦੇਸ਼ ਅਟੈਕ ਕਰੇਗਾ ਤੇ ਤੁਸੀਂ ਮੇਰੀ ਮਦਦ ਕਰੋਗੇ, ਜੇ ਤੁਹਾਨੂੰ ਅਟੈਕ ਕਰੇਗਾ ਤੇ ਅਸੀਂ ਮਦਦ ਕਰਾਂਗੇ। ਨਾਟੋ, ਸੀਟੋ, ਸੈਂਟੋ ਤੇ ਵਾਰਸਾ ਪੈਕਟ ਨਾਂ ਦੇ ਜਿਹੜੇ ਸਮਝੌਤੇ ਸੀ ਸਾਰੇ ਅਜਿਹੇ ਸਮਝੌਤੇ ਸੀ। ਸੋ ਇਸ ਤਰ੍ਹਾਂ ਜਿਹੜਾ ਭਾਰਤ ਜਿਹੜਾ ਵੈ ਉਹ ਹਥਿਆਰਾਂ ਦੀ ਦੌੜ ਤੋਂ ਪਿੱਛੇ ਰਹਿਣਾ ਚਾਹੁੰਦਾ ਵਾ ਤੇ ਨਹੀਂ ਚਾਹੁੰਦਾ ਬਈ ਇਹ ਮਤਲਬ ਛੱਡਣਾ ਚਾਹੁੰਦਾ ਇਹਨੂੰ ਸਾਰੇ ਲੋਕਾਂ ਦੇ ਨਾਲ। ਇਹ ਨਹੀਂ ਵੀ ਇਕੱਲਾ ਆਪਾਂ ਛੱਡ ਦਈਏ ਤੇ ਲੋਕ ਨਾ ਛੱਡਣ। ਵਰਤਮਾਨ ਵਿਸ਼ਵ ਸਥਿਤੀਆਂ ਦੀ ਮੰਗ ਹੈ ਬਈ ਇਸ ਵਕਤ ਲੋੜ ਹੈ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ, ਨਾ ਕਿ ਹਥਿਆਰ ਰੱਖਣ ਦੀ। ਫਿਰ ਵਰਤਮਾਨ ਦੀ ਸੁਰੱਖਿਆ ਵਾਸਤੇ ਬੜਾ ਜ਼ਰੂਰੀ ਹੈ ਬਈ ਹਥਿਆਰ ਨੇ ਜਿਹੜੇ ਉਹ ਘੱਟ ਤੋਂ ਘੱਟ ਰੱਖੇ ਜਾਣ। ਭਾਰਤ ਦਾ ਆਪਣਾ ਦ੍ਰਿਸ਼ਟੀਕੋਣ ਕੀ ਹੈ? ਇੰਡੀਆਸ ਅਪਰੋਚ ਟੁਆਰਡਸ ਡਿਸਆਰਮਾਮੈਂਟ। ਭਾਰਤ ਨੇ ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਹੀ ਆਪਾਂ ਆਰਟੀਕਲ 51 ਵਿੱਚ ਲਿਖਿਆ ਵੀ ਅਸੀਂ ਵਿਸ਼ਵ ਸ਼ਾਂਤੀ ਲਈ ਕੰਮ ਕਰਨਾ ਚਾਹੁੰਦੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਅਜਿਹਾ ਸੰਸਾਰ ਹੋਏ ਜਿਹਦੇ 'ਚ ਮਨੁੱਖਤਾ ਵੱਧ ਫੁੱਲ ਸਕੇ ਤੇ ਅੰਤਰਰਾਸ਼ਟਰੀ ਭਾਈਚਾਰਾ ਜਿਹੜਾ ਉਹ ਕਾਇਮ ਰਹੇ। ਸੋ ਇਸ ਕਰਕੇ ਅਸੀਂ ਜਿਹੜਾ ਭਾਰਤ ਹੈ ਜਿਹੜਾ ਸ਼ੁਰੂ ਤੋਂ ਹੀ ਸੱਚ ਤੇ ਅਹਿੰਸਾ ਵਾਲਾ ਦੇਸ਼ ਹੈ। ਅਸੀਂ ਕਦੇ ਵੀ ਅਸੀਂ ਜੀਓ ਤੇ ਜੀਉਣ ਦਿਓ ਦੀ ਪਾਲਿਸੀ ਅਪਣਾਉਂਦੇ ਹਾਂ, ਕਦੇ ਵੀ ਕਿਸੇ ਦੇਸ਼ ਤੇ ਹਮਲਾ ਨਹੀਂ ਕਰਦੇ। ਸੋ ਇਸ ਤਰ੍ਹਾਂ ਜਿਹੜਾ ਵਾ ਭਾਰਤ ਦਾ ਨਿਸ਼ਸਤਰੀਕਰਨ ਪ੍ਰਤੀ ਦ੍ਰਿਸ਼ਟੀਕੋਣ ਬੜਾ ਹੀ ਪੋਜ਼ਿਟਿਵ ਹੈਗਾ ਤੇ ਅਸੀਂ ਹਮੇਸ਼ਾ ਹੀ ਹਥਿਆਰਾਂ ਦੇ ਪ੍ਰਸਾਰ ਨੂੰ ਰੋਕਣ ਦੀ ਗੱਲ ਕੀਤੀ ਹੈ। ਸਭ ਤੋਂ ਪਹਿਲੀ ਗੱਲ, ਨਿਸ਼ਸਤਰੀਕਰਨ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਹਿੱਸਾ ਹੈ ਤੇ ਭਾਰਤ ਦਾ ਵਿਦੇਸ਼ ਨੀਤੀ ਦਾ ਇੱਕ ਪ੍ਰਮੁੱਖ ਸਿਧਾਂਤ ਹੈਗਾ ਵੀ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਅੱਜ ਤੱਕ ਭਾਰਤ ਨਿਸ਼ਸਤਰੀਕਰਨ ਦਾ ਸਮਰਥਕ ਰਿਹਾ ਹੈ। ਠੀਕ ਹੈ,
ਕਿਉਂਕਿ ਭਾਰਤ ਜਾਣਦਾ ਕਿ ਨਿਸ਼ਸਤਰੀਕਰਨ ਤੋਂ ਬਿਨਾਂ ਸੰਸਾਰ ਸ਼ਾਂਤੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਦੂਜਾ, ਭਾਰਤ ਨਿਸ਼ਸਤਰੀਕਰਨ ਆਯੋਗ ਦਾ ਮੈਂਬਰ ਵੀ ਰਿਹਾ, ਯਾਨੀ ਡਿਸਆਰਮਾਮੈਂਟ ਜਿਹੜਾ ਕਮਿਸ਼ਨ ਬਣਿਆ 1952 ਚ, ਭਾਰਤ ਉਹਦਾ ਜਦੋਂ ਗਠਨ ਹੋਇਆ ਤੇ ਭਾਰਤ ਉਹਦਾ ਮੈਂਬਰ ਬਣਿਆ, ਉਹਦੀ ਉਪ ਕਮੇਟੀ ਦਾ ਭਾਰਤ ਮੈਂਬਰ ਬਣ ਗਿਆ ਸੀ। ਇਸ ਤੋਂ ਬਾਅਦ 1960 ਵਿੱਚ ਜਦੋਂ ਇਹਨਾਂ ਦੀ ਗਿਣਤੀ 10 ਤੋਂ ਵਧਾ ਕੇ 17 ਕੀਤੀ ਗਈ ਇਸ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ, ਤੇ ਉਸ ਵੇਲੇ ਨਿਸ਼ਸਤਰੀਕਰਨ ਆਯੋਗ ਦਾ ਭਾਰਤ ਜਿਹੜਾ ਸਥਾਈ ਮੈਂਬਰ ਬਣ ਗਿਆ, ਪਰਮਾਨੈਂਟ ਮੈਂਬਰ ਬਣ ਗਿਆ। ਅੱਜ ਸੰਯੁਕਤ ਰਾਸ਼ਟਰ ਦੇ ਨਿਸ਼ਸਤਰੀਕਰਨ ਆਯੋਗ ਯਾਨੀ ਡਿਸਆਰਮਾਮੈਂਟ ਕਮਿਸ਼ਨ ਦੇ 18 ਮੈਂਬਰ ਨੇ ਤੇ ਭਾਰਤ ਇਸ ਦਾ ਸਥਾਈ ਯਾਨੀ ਪਰਮਾਨੈਂਟ ਮੈਂਬਰ ਹੈ। ਨਿਸ਼ਸਤਰੀਕਰਨ ਸੰਬੰਧੀ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਰਤ ਨੇ ਕਈ ਵਾਰ ਪ੍ਰਸਤਾਵ ਵੀ ਪੇਸ਼ ਕੀਤਾ। 26 ਸਤੰਬਰ 1957 ਨੂੰ ਅਸੀਂ ਪ੍ਰਸਤਾਵ ਪੇਸ਼ ਕੀਤਾ ਵੀ ਨਿਸ਼ਸਤਰੀਕਰਨ ਆਯੋਗ ਅਤੇ ਇਸ ਦੇ ਉਪ ਕਮੇਟੀ ਦੇ ਮੈਂਬਰਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਜਾਏ, ਜੈਵਿਕ ਹਥਿਆਰਾਂ ਦੀ ਵਿਸ਼ਵ ਵਿੱਚੋਂ ਸਮਾਪਤੀ ਕੀਤੀ ਜਾਏ। ਠੀਕ ਹੈ। ਇਸ ਤੋਂ ਬਾਅਦ ਸੀਮਤ ਪਰਮਾਣੂ ਪ੍ਰਤੀਬੰਧ ਸੰਧੀ ਅਤੇ ਭਾਰਤ 25 ਜੁਲਾਈ 1963 ਨੂੰ ਤਿੰਨ ਮਹਾਸ਼ਕਤੀਆਂ ਰਸ਼ੀਆ, USA ਤੇ ਇੰਗਲੈਂਡ UK ਇਹਨਾਂ ਦੇ ਪ੍ਰਤੀਨਿਧੀਆਂ ਦੁਆਰਾ ਮਾਸਕੋ ਦੇ ਵਿੱਚ ਇੱਕ ਪਾਰਸ਼ੀਅਲ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਯਾਨੀ ਸਮਝੌਤਾ ਕੀਤਾ ਗਿਆ, ਜਿਹਦੇ ਚ ਸੀਮਤ ਪਰਮਾਣੂ ਪ੍ਰਤੀਬੰਧ ਸੰਧੀ ਬਣਾਈ ਗਈ। ਭਾਰਤ ਨੇ ਇਸ ਸਮਝੌਤੇ ਤੇ ਦਸਤਖਤ ਕੀਤੇ ਆ। ਬੇਟਾ ਨੋਟ ਕਰਨਾ, ਇਹ ਸੀਮਤ ਯਾਨੀ ਪਾਰਸ਼ੀਅਲ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਸੀ। ਇਹਦੇ ਚ ਇਹ ਕਿਹਾ ਗਿਆ ਸੀਗਾ ਬਈ ਜਲ, ਵਾਯੂਮੰਡਲ ਅਤੇ ਪੁਲਾੜ ਵਿੱਚ ਪਰਮਾਣੂ ਤਜਰਬੇ ਨਹੀਂ ਕੀਤੇ ਜਾਣਗੇ ਤੇ ਭੂਮੀਗਤ ਤਜਰਬੇ ਜਿਹੜੇ ਨੇ ਉਹਨਾਂ ਤੇ ਕੋਈ ਪਾਬੰਦੀ ਨਹੀਂ, ਭਾਵ ਨਾ ਕੋਈ ਪਰਮਾਣੂ ਤਜਰਬਾ ਜਲ 'ਚ ਕੀਤਾ ਜਾਏਗਾ, ਨਾ ਹੀ ਵਾਯੂਮੰਡਲ 'ਚ ਅਤੇ ਨਾ ਹੀ ਪੁਲਾੜ ਵਿੱਚ। ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਜਿੰਨੇ ਵੀ ਤਜਰਬੇ ਕੀਤੇ ਜਾਣ ਉਹ ਭੂਮੀ ਦੇ ਹੇਠਾਂ ਕੀਤੇ ਜਾਣ। ਭਾਰਤ ਨੇ ਇਸ ਸਮਝੌਤੇ ਤੇ ਦਸਤਖਤ ਕਰ ਦਿੱਤੇ ਅਤੇ ਭਾਰਤ ਜਿਹੜਾ ਇਹਦਾ ਮੈਂਬਰ ਬਣ ਗਿਆ। ਇਸ ਤੋਂ ਬਾਅਦ ਪਰਮਾਣੂ ਹਥਿਆਰਾਂ ਦੀ ਸਮਾਪਤੀ ਲਈ ਭਾਰਤ ਅਤੇ ਸੋਵੀਅਤ ਸੰਘ ਦੀ ਸਾਂਝੀ ਘੋਸ਼ਣਾ 27 ਨਵੰਬਰ 1986 ਨੂੰ ਭਾਰਤ ਨੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੇ ਤੇ ਰਸ਼ੀਆ ਸੋਵੀਅਤ ਯੂਨੀਅਨ ਦੇ ਸ਼੍ਰੀ ਮਿਖਾਇਲ ਗੋਰਬਾਚੇਵ ਨੇ ਇੱਕ ਸਾਂਝੀ ਘੋਸ਼ਣਾ ਡਿਕਲੇਅਰ ਕੀਤੀ, ਜਿਹਦੇ 'ਚ ਇਹ ਕਿਹਾ ਗਿਆ ਬਈ ਅੰਤਰਰਾਸ਼ਟਰੀ ਸ਼ਾਂਤਮਈ ਸਹਿਹੋਂਦ ਦੇ ਸਿਧਾਂਤ ਤੇ ਜਿਹੜਾ ਵਾ ਇਹ ਸੰਸਾਰ ਜਿਹੜਾ ਬਣਨਾ ਚਾਹੀਦਾ ਵਾ। ਪਰਮਾਣੂ ਤਜਰਬੇ ਬੰਦ ਕੀਤੇ ਜਾਣੇ ਚਾਹੀਦੇ ਨੇ ਤੇ ਪਰਮਾਣੂ ਹਥਿਆਰਾਂ ਦੇ ਭੰਡਾਰ 20ਵੀਂ ਸਦੀ ਦੇ ਅੰਤ ਤੱਕ ਬਿਲਕੁਲ ਸਮਾਪਤ ਕਰ ਦਿੱਤੇ ਜਾਣੇ ਚਾਹੀਦੇ ਨੇ। ਠੀਕ ਹੈ। ਇਸ ਤੋਂ ਬਾਅਦ ਨਿਸ਼ਸਤਰੀਕਰਨ ਅਤੇ ਭਾਰਤ ਦੀ ਪਰਮਾਣੂ ਨੀਤੀ। ਭਾਰਤ ਕਿਉਂਕਿ ਨਿਸ਼ਸਤਰੀਕਰਨ ਲਈ ਵਚਨਬੱਧ ਹੈ, ਪਰਮਾਣੂ ਸ਼ਕਤੀ ਦਾ ਪ੍ਰਯੋਗ ਸ਼ਾਂਤਮਈ ਉਦੇਸ਼ਾਂ ਲਈ ਕੀਤਾ ਜਾਣਾ ਚਾਹੀਦਾ, ਭਾਰਤ ਇਹਦੇ ਹੱਕ ਵਿੱਚ ਹੈ। 1985 ਚ ਭਾਰਤ ਸਹਿਤ 6 ਦੇਸ਼ ਜਿਹੜੇ ਜਿਵੇਂ ਸਵੀਡਨ ਹੈ, ਮੈਕਸੀਕੋ ਹੈ, ਯੂਨਾਨ ਹੈ, ਤਨਜ਼ਾਨੀਆ ਤੇ ਅਰਜਨਟੀਨਾ ਹੈ, ਇਹਨਾਂ ਨੇ ਇੱਕ ਸੰਮੇਲਨ ਕੀਤਾ ਜਿਹਦੇ 'ਚ ਇਹ ਗੱਲ ਹੋਈ ਬਈ ਪਰਮਾਣੂ ਹਥਿਆਰਾਂ ਦੇ ਨਿਰਮਾਣ ਅਤੇ ਤੇ ਤੁਰੰਤ ਪਾਬੰਦੀ ਲਗਾ ਦਿੱਤੀ ਜਾਏ ਭਾਵੇਂ ਭਾਰਤ ਨੇ 1974 ਵਿੱਚ ਤੇ 1998 ਵਿੱਚ ਪੋਖਰਨ ਰਾਜਸਥਾਨ ਦੇ ਵਿੱਚ ਪਰਮਾਣੂ ਤਜਰਬੇ ਕੀਤੇ ਸਨ, ਪਰ ਭਾਰਤ ਜਿਹੜਾ ਵਾ ਜਿਹੜੀ ਇਹ ਸ਼ਕਤੀ ਟੈਸਟ ਕਰ ਰਿਹਾ ਵਾ ਸਿਰਫ ਆਪਣੇ ਸ਼ਾਂਤਮਈ ਢੰਗਾਂ ਆਤਮ ਰੱਖਿਆ ਲਈ ਅਤੇ ਆਪਣੀ ਪਰਮਾਣੂ ਸ਼ਕਤੀ ਦਾ ਸ਼ਾਂਤਮਈ ਢੰਗ ਨਾਲ ਪ੍ਰਯੋਗ ਕਰਨ ਲਈ ਇਹਦੇ ਤਜਰਬੇ ਕੀਤੇ ਗਏ ਨੇ। ਭਾਰਤ ਦੇ ਇਹਨਾਂ ਜਿਹੜੇ 2 ਟੈਸਟ ਭਾਰਤ ਨੇ ਕੀਤੇ 1974 ਤੇ 1998 ਚ, ਸਾਰੇ ਸੰਸਾਰ ਦੇ ਵਿੱਚ ਬਹੁਤੇ ਦੇਸ਼ਾਂ ਨੇ ਇਹਦਾ ਵਿਰੋਧ ਕੀਤਾ ਸੀ, ਪਰ ਭਾਰਤ ਆਪਣੀ ਗੱਲ ਤੇ ਅੜਿਆ ਰਿਹਾ ਵੀ ਸਾਡੀ ਜਿਹੜੀ ਪਰਮਾਣੂ ਸ਼ਕਤੀ ਹੈ ਇਹਦਾ ਪ੍ਰਯੋਗ ਜਿਹੜਾ ਸੀ ਵਿਕਾਸਕਾਰੀ ਕਾਰਜਾਂ ਵਾਸਤੇ ਕਰਨਾ ਹੈ ਤੇ ਆਤਮ ਰੱਖਿਆ ਲਈ ਕਰਨਾ ਹੈ। ਭਾਰਤ ਹਮੇਸ਼ਾ ਲਿਵ ਐਂਡ ਲੈਟ ਲਿਵ, ਜੀਓ ਤੇ ਜੀਉਣ ਦਿਓ ਦੀ ਪਾਲਿਸੀ ਤੇ ਚੱਲਿਆ ਵਾ। ਰਾਸ਼ਟਰੀ ਲੋਕਤੰਤਰੀ ਗੱਠਜੋੜ ਸਰਕਾਰ ਦੀ ਪਰਮਾਣੂ ਨੀਤੀ ਜਿਹੜੀ NDA ਸਰਕਾਰ 1998 ਚ ਜਿਹਦੇ ਮੁਖੀ ਅਟਲ ਬਿਹਾਰੀ ਵਾਜਪੇਈ ਸੀਗੇ, ਉਹਨਾਂ ਦੀ ਵੀ ਇਹੋ ਹੀ ਨੀਤੀ ਸੀ। ਸੋ ਇਸੇ ਕਰਕੇ ਹੀ ਭਾਰਤ ਹੈ ਜਿਹੜਾ ਇਹ ਚਾਹੁੰਦਾ ਸੀਗਾ ਬਈ ਪਰਮਾਣੂ ਹਥਿਆਰਾਂ ਦਾ ਸਫਾਇਆ ਕੀਤੇ ਜਾਣ 'ਚ ਅਸੀਂ ਹੱਕ ਵਿੱਚ ਆ, ਪਰੰਤੂ ਸਰਕਾਰ ਦਾ ਇਹ ਦਾਅਵਾ ਸੀ ਕਿ ਜਦੋਂ ਤੱਕ ਅਜਿਹਾ ਨਹੀਂ ਹੋ ਜਾਂਦਾ ਸਰਕਾਰ ਪਰਮਾਣੂ ਹਥਿਆਰਾਂ ਦੇ ਸਬੰਧ ਵਿੱਚ ਆਪਣਾ ਰਸਤਾ ਖੁੱਲ੍ਹਾ ਰੱਖੇਗੀ ਅਤੇ ਇਸ ਹੱਕ ਵਿੱਚ ਸੀ ਕਿ ਇਸ ਉਦੇਸ਼ ਨੂੰ ਮੁੱਖ ਰੱਖ ਕੇ ਹੀ ਅਸੀਂ 1998 'ਚ ਪਰਮਾਣੂ ਤਜਰਬੇ ਕੀਤੇ ਸੀ।
ਇਸ ਤੋਂ ਬਾਅਦ ਭਾਰਤ ਨੇ CTBT 1968 ਚ ਬਣੀ ਸੀ, NPT ਯਾਨੀ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ, ਪਰਮਾਣੂ ਅਪ੍ਰਸਾਰ ਸੰਧੀ। ਉਸ ਤੋਂ ਬਾਅਦ ਉਸੇ ਸੰਧੀ ਦਾ ਨਾਮ ਪੈ ਗਿਆ CTBT ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ, ਪਰਮਾਣੂ ਅਪ੍ਰਸਾਰ ਸੰਧੀ। ਸੋ ਭਾਰਤ ਨੇ ਇਹਦੇ ਉੱਪਰ ਦਸਤਖਤ ਨਹੀਂ ਕੀਤੇ। ਕਿਉਂ ਨਹੀਂ ਕੀਤੇ? ਕਿਉਂਕਿ ਭਾਰਤ ਨੂੰ ਲੱਗਦਾ ਸੀ ਵੀ ਇਹ ਪੱਖਪਾਤੀ ਸਮਝੌਤਾ ਹੈ, ਅਨਿਆਂਪੂਰਨ ਸਮਝੌਤਾ ਹੈ, ਜਿਹੜਾ ਕੁਝ ਦੇਸ਼ਾਂ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਦਿੰਦਾ ਤੇ ਬਾਕੀਆਂ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ। ਠੀਕ ਹੈ, ਸੋ ਭਾਰਤ ਕਹਿੰਦਾ ਵਾ ਵੀ ਜੇਕਰ ਭਾਰਤ ਨੂੰ ਪਰਮਾਣੂ ਸ਼ਕਤੀ ਦੇ ਤੌਰ ਤੇ ਸਵੀਕਾਰ ਕਰ ਲਿਆ ਜਾਂਦਾ, ਸਾਨੂੰ ਵੀ ਪਰਮਾਣੂ ਸ਼ਕਤੀ ਦੇ ਤੌਰ ਤੇ ਸਵੀਕਾਰ ਕਰੋ, ਕਿਉਂਕਿ ਅਸੀਂ ਵੀ ਟੈਸਟ ਕਰਕੇ ਪਰਮਾਣੂ ਸ਼ਕਤੀ ਬਣ ਚੁੱਕੇ ਹਾਂ, ਤੇ ਫਿਰ ਅਸੀਂ CTBT ਤੇ ਦਸਤਖਤ ਜ਼ਰੂਰ ਕਰ ਦੇਵਾਂਗੇ। ਇਸ ਤੋਂ ਬਾਅਦ ਭਾਰਤ ਅਮਰੀਕਾ ਪਰਮਾਣੂ ਸਮਝੌਤਾ 2006 ਚ ਹੋਇਆ। 2006 ਚ ਜਿਹੜਾ ਸਮਝੌਤਾ ਸੀਗਾ, ਅਮਰੀਕਾ ਦੇ ਰਾਸ਼ਟਰਪਤੀ ਜਾਰਜ W ਬੁਸ਼ ਭਾਰਤ ਜਦੋਂ ਦੌਰੇ ਤੇ ਆਏ ਸੀ ਤੇ ਉਦੋਂ ਇਹ ਸਮਝੌਤਾ ਕੀਤਾ ਸੀਗਾ, ਨਿਊਕਲੀਅਰ ਟ੍ਰੀਟੀ ਕੀਤੀ ਗਈ ਸੀ, ਜਿਹਦੇ ਚ ਅਸੀਂ ਆਪਣੇ ਪਰਮਾਣੂ ਪ੍ਰੋਗਰਾਮਾਂ ਨੂੰ ਦੋ ਭਾਗਾਂ 'ਚ ਵੰਡਿਆ, ਸੈਨਿਕ ਅਤੇ ਗੈਰ ਸੈਨਿਕ। ਆਪਣੇ ਕੁੱਲ 22 ਪਰਮਾਣੂ ਰਿਐਕਟਰਾਂ ਵਿੱਚੋਂ 14 ਪਰਮਾਣੂ ਰਿਐਕਟਰਾਂ ਨੂੰ ਅਸੀਂ ਗੈਰ ਸੈਨਿਕ ਯਾਨੀ ਆਰਮੀ ਦੇ ਨਾਲ ਜਿਹੜੇ ਨਹੀਂ ਰਿਲੇਟਡ ਸੀਗੇ ਉਹਨਾਂ ਉਦੇਸ਼ਾਂ ਵਾਸਤੇ ਵੱਖ ਕੀਤਾ ਗਿਆ ਸੀ। ਇਹਨਾਂ ਨੂੰ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ IAEA ਇੰਟਰਨੈਸ਼ਨਲ ਐਟੋਮਿਕ ਐਨਰਜੀ ਐਸੋਸੀਏਸ਼ਨ ਦੇ ਨਿਰੀਖਣ ਲਈ ਖੋਲ੍ਹ ਦਿੱਤਾ ਗਿਆ ਸੀ। ਬਦਲੇ ਵਿੱਚ ਅਮਰੀਕਾ ਦੁਆਰਾ ਇਹਨਾਂ ਗੈਰ ਸੈਨਿਕ ਪਰਮਾਣੂ ਰਿਐਕਟਰਾਂ ਲਈ ਪਰਮਾਣੂ ਇੰਧਨ ਯਾਨੀ ਪਰਮਾਣੂ ਤੇਲ ਦੀ ਸਪਲਾਈ ਦੀ ਗ੍ਰਾਂਟ ਦਿੱਤੀ ਗਈ ਸੀ। ਇਸ ਦੇ ਨਤੀਜੇ ਵਜੋਂ ਭਾਰਤ ਨੂੰ ਅੰਤਰਰਾਸ਼ਟਰੀ ਮੰਚ ਉੱਤੇ ਇੱਕ ਪਰਮਾਣੂ ਰਾਸ਼ਟਰ ਦਾ ਦਰਜਾ ਪ੍ਰਾਪਤ ਹੋ ਗਿਆ ਸੀ। 2006 ਦੀ ਗੱਲ ਕਰ ਰਿਹਾ। ਭਾਰਤ ਦੇ ਪਰਮਾਣੂ ਪ੍ਰੋਗਰਾਮਾਂ ਤੇ ਲਗਾਈਆਂ ਗਈਆਂ ਪਾਬੰਦੀਆਂ ਵੀ ਖਤਮ ਹੋ ਗਈਆਂ। ਅਗਸਤ 2008 ਵਿੱਚ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਯਾਨੀ IAEA ਅਤੇ 6 ਸਤੰਬਰ 2008 ਨੂੰ ਪਰਮਾਣੂ ਸਪਲਾਇਰ ਗਰੁੱਪ ਨਿਊਕਲੀਅਰ ਸਪਲਾਇਰ ਗਰੁੱਪ ਜਿਹਨੂੰ NSG ਕਹਿੰਦੇ ਆ ਦੁਆਰਾ ਅਸੈਨਿਕ ਖੇਤਰ ਵਿੱਚ ਭਾਰਤ ਦੇ ਪਰਮਾਣੂ ਪ੍ਰੋਗਰਾਮਾਂ ਤੇ ਲਗਾਈਆਂ ਗਈਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ, ਜਿਹਦੇ ਨਤੀਜੇ ਵਜੋਂ ਭਾਰਤ ਨੂੰ ਦੂਜੇ ਦੇਸ਼ਾਂ ਦੇ ਨਾਲ ਨਿਊਕਲੀਅਰ ਕਮਰਸ ਯਾਨੀ ਪਰਮਾਣੂ ਵਪਾਰ ਕਰਨ ਅਤੇ ਉન્નਤ ਪਰਮਾਣੂ ਤਕਨੀਕ ਪ੍ਰਾਪਤ ਕਰਨੇ ਦੇ ਹੱਕ ਪ੍ਰਾਪਤ ਹੋ ਗਏ। ਭਾਰਤ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਇਸ ਤੋਂ ਪਿੱਛੋਂ ਭਾਰਤ ਦੁਆਰਾ ਫਰਾਂਸ, ਅਮਰੀਕਾ, ਰੂਸ ਨਾਲ ਅਸੈਨਿਕ ਖੇਤਰ ਵਿੱਚ ਪਰਮਾਣੂ ਸਮਝੌਤੇ ਕੀਤੇ ਗਏ। ਭਾਰਤ ਦੁਆਰਾ ਅੰਤਰਰਾਸ਼ਟਰੀ ਭਾਈਚਾਰੇ ਨੂੰ ਯਕੀਨ ਦਿਵਾਇਆ ਗਿਆ ਕਿ ਪਰਮਾਣੂ ਸ਼ਕਤੀ ਦਾ ਪ੍ਰਯੋਗ ਅਸੀਂ ਅਸੈਨਿਕ ਉਦੇਸ਼ਾਂ ਵਾਸਤੇ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਇਹਦਾ ਸਿੱਟਾ ਇਹ ਨਿਕਲਦਾ ਬਈ ਭਾਰਤ ਹੈ ਜਿਹੜਾ ਉਹ ਭਾਵੇਂ ਅਸੀਂ ਆਪਣੇ ਪਰਮਾਣੂ ਤਜਰਬੇ ਵੀ ਕੀਤੇ ਨੇ, ਹਥਿਆਰ ਵੀ ਸਾਡੇ ਕੋਲ ਨੇ, ਅਤਿਆਧੁਨਿਕ ਹਥਿਆਰ ਵੀ ਅਸੀਂ ਰੱਖੇ ਹੋਏ ਨੇ, ਪਰ ਅਸੀਂ ਨਿਸ਼ਸਤਰੀਕਰਨ ਦੇ ਤਾਂ ਵੀ ਹੱਕ 'ਚ ਹਾਂ। ਪਰ ਅਸੀਂ ਇਹ ਕਹਿੰਦੇ ਆ ਵੀ ਜਦੋਂ ਤੱਕ ਸੰਸਾਰ ਦੇ ਸਾਰੇ ਦੇਸ਼ ਇੱਕ ਟੇਬਲ ਤੇ ਆ ਕੇ ਨਹੀਂ ਮੰਨ ਜਾਂਦੇ ਬਈ ਹਥਿਆਰ ਖਤਮ ਕਰ ਦਈਏ, ਉਦੋਂ ਤੱਕ ਭਾਰਤ ਵੀ ਆਪਣੇ ਸੈਲਫ ਡਿਫੈਂਸ ਵਾਸਤੇ, ਆਪਣੀ ਰੱਖਿਆ ਵਾਸਤੇ ਹਥਿਆਰ ਜ਼ਰੂਰ ਰੱਖੇਗਾ। ਕਿਉਂਕਿ ਭਾਰਤ ਦੇ ਜਿਹੜੇ ਗੁਆਂਢੀ ਦੇਸ਼ ਨੇ, ਖਾਸ ਤੌਰ ਪਾਕਿਸਤਾਨ ਤੇ ਚਾਈਨਾ ਜਿਹੜੇ ਨੇ, ਉਹ ਲਗਾਤਾਰ ਹਥਿਆਰ ਬਣਾਈ ਜਾ ਰਹੇ ਨੇ, ਹਥਿਆਰ ਖਰੀਦ ਵੀ ਰਹੇ ਨੇ। ਤੇ ਇਸ ਕਰਕੇ ਅਜਿਹੇ ਮਾਹੌਲ ਵਿੱਚ ਭਾਰਤ ਹਥਿਆਰਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਹਾਲਾਂਕਿ ਅਸੀਂ ਜਿੰਨਾ ਮਰਜ਼ੀ ਨਿਸ਼ਸਤਰੀਕਰਨ ਦੇ ਹੱਕ ਵਿੱਚ ਆ, ਪਰ ਅਸੀਂ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਾਂ ਬਈ ਆਪਣੀ ਸੈਲਫ ਡਿਫੈਂਸ ਲਈ ਅਸੀਂ ਹਥਿਆਰ ਰੱਖਾਂਗੇ ਵੀ ਤੇ ਖਰੀਦਾਂਗੇ ਵੀ। ਠੀਕ ਹੈ, ਸੋ ਭਾਰਤ ਜਿਹੜਾ ਵਾ ਵਿਸ਼ਵ ਦੇ ਸਾਰੇ ਪਰਮਾਣੂ ਹਥਿਆਰ ਨਸ਼ਟ ਕਰਨ ਤੱਕ ਭਾਰਤ ਹੈ ਜਿਹੜਾ ਉਹ ਇਸ ਪ੍ਰੋਗਰਾਮ ਨੂੰ ਭਾਵੇਂ ਪਸੰਦ ਕਰਦਾ, ਚੰਗਾ ਸਮਝਦਾ ਵੀ ਨਿਸ਼ਸਤਰੀਕਰਨ ਹੋਣਾ ਚਾਹੀਦਾ, ਪਰ ਹਥਿਆਰਾਂ ਤੋਂ ਬਿਨਾਂ ਆਪਾਂ ਨਹੀਂ ਰਹਿ ਸਕਦੇ ਜਦੋਂ ਤੱਕ ਕਿ ਸੰਸਾਰ ਵਿੱਚੋਂ ਤੇ ਖਾਸ ਤੌਰ ਤੇ ਭਾਰਤ ਦੇ ਗੁਆਂਢੀ ਦੇਸ਼ ਇਸ ਚੀਜ਼ ਨਾਲ ਸਹਿਮਤ ਨਹੀਂ ਹੋ ਜਾਂਦੇ। ਸੋ ਪਿਆਰੇ ਵਿਦਿਆਰਥੀਓ, ਬਹੁਤ ਬਹੁਤ ਧੰਨਵਾਦ। ਅੱਜ ਦਾ ਟੌਪਿਕ ਸੀਗਾ ਭਾਰਤ ਅਤੇ ਨਿਸ਼ਸਤਰੀਕਰਨ। ਭਾਰਤ ਦਾ ਜਿਹੜਾ ਵਿਊ ਹੈ ਅਬਾਊਟ ਦਾ ਡਿਸਆਰਮਾਮੈਂਟ, ਇੰਡੀਆਸ ਵਿਊ ਅਬਾਊਟ ਡਿਸਆਰਮਾਮੈਂਟ, ਉਹ ਆਪਾਂ ਡਿਸਕਸ ਕੀਤਾ ਵਾ। ਮੈਨੂੰ ਆਸ ਹੈ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਬਹੁਤ ਬਹੁਤ ਧੰਨਵਾਦ। ਵੇਖਦੇ ਰਹੋ ਕਨਸੈਪਟ ਗੁਰੂ AK ਚੈਨਲ ਤੇ। ਅਜਿਹੀਆਂ ਵੀਡੀਓਜ਼ ਸਾਰੀਆਂ ਜਿਹੜੀਆਂ ਮੇਰੇ ਚੈਨਲ ਤੇ ਅਪਲੋਡ ਕੀਤੀਆਂ ਗਈਆਂ ਨੇ ਤੁਸੀਂ ਵੇਖ ਸਕਦੇ ਹੋ। ਕੁਝ ਪੁਰਾਣੀਆਂ ਵੀਡੀਓਜ਼ ਨੇ ਕੁਐਸਚਨ ਆਨਸਰ ਵਾਲੀਆਂ ਵੀਡੀਓਜ਼, ਤੁਸੀਂ ਉਹ ਵੀ ਦੇਖੋ, ਕਿਉਂਕਿ ਉਹ ਸਾਰੀਆਂ ਤੁਹਾਡੇ ਬੈਨੀਫਿਟਸ
ਬੈਨੀਫਿਟ ਵਾਸਤੇ ਹੈ। ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਕੀਪ ਵਾਚਿੰਗ ਕਨਸੈਪਟ ਗੁਰੂ AK, ਥੈਂਕ ਯੂ।